ਲੋਕਾਂ ਤੱਕ ਕਿਵੇਂ ਜਾਓਗੇ, ਕੀ ਏਜੰਡਾ ਰਹੂਗਾ, ਕੀ ਰੋਡ ਮੈਪ ਰਹੂਗਾ। ਅਸੀਂ ਚਾਹੁੰਦੇ ਹਾਂ ਕਿ ਇਹਦਾ ਅਸਰ ਜਲਦੀ ਪਹੁੰਚੇ ਤਾਂ ਕਿ ਲੋਕ ਜੋ ਚੁਣਨਾ ਚਾਹਣ ਉਹਦੇ 'ਚ ਉਹ ਸਮਝ ਸਕਣ। ਮੁੱਦਿਆਂ ਤੇ ਦੁਬਾਰਾ ਧਿਆਨ ਲਿਆਉਣ ਲਈ ਅਸੀਂ ਇਹ ਬੈਂਡ ਵਜਾਈ ਚੱਲਣਾ ਹੈ। ਸਾਰੇ ਮੁੱਦੇ ਨੇ, ਇਹਨਾਂ ਦੇ ਜਵਾਬ ਦੇ ਨੇ। ਇਹ 20 ਸਾਲ ਦੇ ਰਾਜ ਕਰ ਰਹੇ ਬਾਦਲ ਫੈਮਿਲੀ ਤੇ ਕੈਪਟਨ ਸਾਹਿਬ। ਸਿਰਫ ਲੋਕਾਂ ਦੇ ਵਿੱਚ ਅਵੇਅਰਨੈਸ ਲੈ ਕੇ ਆਈ ਜਾਊਗੀ ਜਾਂ ਫਿਰ ਤੁਹਾਡੇ ਵੱਲੋਂ ਚੋਣ ਮੈਦਾਨ ਦੇ ਵਿੱਚ ਵੀ ਉਤਰਿਆ ਜਾਊਗਾ? ਹਲੇ ਸਿਰਫ ਅਵੇਅਰਨੈਸ ਦਾ ਕੰਮ ਹੈ। ਮੰਚ ਪੋਲਿਟਿਕਸ ਨਹੀਂ ਜਾਏਗਾ, ਮੰਚ ਹੀ ਰਹੇਗਾ। ਜੇ ਤੁਸੀਂ ਕ੍ਰਾਂਤੀ ਲਿਆਉਣੀ ਹੈ ਫਿਰ ਤਾਂ ਇਹ ਸੋਚ ਕੇ ਚੱਲਣਾ ਪਏਗਾ ਕਿ ਤਬਦੀਲੀ ਹੋ ਸਕਦੀ ਹੈ। ਪੰਜਾਬ ਨੂੰ ਖੇਤਰੀ ਪਾਰਟੀ ਚਾਹੀਦੀ ਹੈ ਜਿਹੜੀ ਇੱਕ ਫੈਮਿਲੀ ਦੇ ਥੱਲੇ ਨਾ ਹੋਵੇ। ਅੱਜ ਜੇ ਸਿੱਧੂ ਸਾਹਿਬ ਗਏ ਹੈ, ਉਹ ਮੱਥਾ ਟੇਕਣ ਅਨੰਦਪੁਰ ਸਾਹਿਬ ਨਹੀਂ ਗਏ, ਉਹ ਗਏ ਨੇ ਮੱਥਾ ਟੇਕਣ ਪਹਿਲਾਂ ਦੇਹਰਾਦੂਨ, ਫਿਰ ਸ਼ਾਇਦ ਜਾਣਗੇ ਦਿੱਲੀ। ਪੰਜਾਬ ਨੂੰ ਬਚਾਉਣ ਦੇ ਲਈ ਵੱਖੋ-ਵੱਖ ਉਪਰਾਲੇ ਤਾਂ ਕੀਤੇ ਜਾਂਦੇ ਨੇ, ਪਰ ਪੰਜਾਬ ਨੂੰ ਲੀਹ ਦੇ ਉੱਤੇ ਕਿਵੇਂ ਲੈ ਕੇ ਆਉਣਾ ਹੈ, ਇੱਕ ਵੱਡਾ ਸਵਾਲ ਹੈ। ਅੱਜ ਸੁਨਹਿਰਾ ਸਾਂਝਾ ਮੰਚ ਦਾ ਜਿਹੜਾ ਹੈ ਉਹ ਉਦਘਾਟਨ ਕੀਤਾ ਗਿਆ ਔਰ ਕਿਹਾ ਜਾ ਰਿਹਾ ਹੈ ਕਿ ਇਸ ਪਲੇਟਫਾਰਮ ਦੇ ਨਾਲ ਪੰਜਾਬ ਦੇ ਲੋਕਾਂ ਦੇ ਵਿੱਚ ਜਾਗਰੂਕਤਾ ਲੈ ਕੇ ਆਈ ਜਾਊਗੀ। ਸਾਡੇ ਨਾਲ ਸਾਬਕਾ ਰਾਜਦੂਤ ਕੇਸੀ ਸਿੰਘ ਹੋਣੀ ਮੌਜੂਦ ਨੇ। ਸਰ, ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਟੀਵੀ ਪੰਜਾਬ। ਬਹੁਤ ਮਿਹਰਬਾਨੀ ਜੀ। ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਲੋਕਾਂ ਤੱਕ ਕਿਵੇਂ ਜਾਓਗੇ, ਕੀ ਏਜੰਡਾ ਰਹੂਗਾ, ਕੀ ਰੋਡ ਮੈਪ ਰਹੂਗਾ? ਦੇਖੋ, ਸਾਰੇ ਯੰਤਰ ਇਸਤੇਮਾਲ ਕਰਾਂਗੇ। ਤੁਹਾਡੇ ਨਾਲ ਗੱਲ ਕਰ ਰਹੇ ਹਾਂ, ਪ੍ਰਿੰਟ ਮੀਡੀਆ 'ਚ ਜਾਊਗਾ, ਸਿੱਧੇ ਜਾ ਕੇ ਮਿਲਾਂਗੇ, ਵੈਬ ਤੇ ਜਾਵਾਂਗੇ, ਸੋਸ਼ਲ ਮੀਡੀਆ ਤੇ ਜਾਵਾਂਗੇ। ਇਹ ਪੂਰਾ ਅਟੈਕ ਸਮਝੋ ਤੁਸੀਂ ਸਾਰੇ ਮੀਡੀਆ ਤੋਂ। ਤਾਂ ਹੀ ਜਾ ਸਕਦੇ ਹਾਂ ਕਿਉਂਕਿ ਸਮੇਂ ਘੱਟ ਹੈ। ਉਹ ਸਮੇਂ ਅਸੀਂ ਚਾਹੁੰਦੇ ਹਾਂ ਕਿ ਇਹਦਾ ਅਸਰ ਜਲਦੀ ਪਹੁੰਚੇ ਤਾਂ ਕਿ ਲੋਕ ਜੋ ਚੁਣਨਾ ਚਾਹਣ ਉਹਦੇ 'ਚ ਉਹ ਸਮਝ ਸਕਣ ਕਿ ਆਹ ਮੁੱਦੇ ਤਾਂ ਪਾਰਟੀਆਂ ਡਿਸਕਸ ਹੀ ਨਹੀਂ ਕਰ ਰਹੀਆਂ, ਇਹ ਚਰਚਾ ਹੀ ਹੋਰ ਗੱਲਾਂ ਦੀ ਹੋ ਰਹੀ ਹੈ। ਕੌਣ ਸੀਐਮ ਬਣੂਗਾ, ਕੌਣ ਸੀਐਮ ਨਹੀਂ ਬਣੂਗਾ, ਅੰਦਰੂਨੀਆਂ ਲੜਾਈਆਂ ਪਾਰਟੀਆਂ 'ਚ। ਸੋ ਇਸ ਕਰਕੇ ਮੁੱਦਿਆਂ ਤੇ ਦੁਬਾਰਾ ਧਿਆਨ ਲਿਆਉਣ ਲਈ ਅਸੀਂ ਇਹ ਬੈਂਡ ਵਜਾਈ ਚੱਲਣਾ ਹੈ ਕਿ ਨਹੀਂ, ਤੁਸੀਂ ਆਹ ਗੱਲ ਹੈ, ਆਹ ਮੁੱਦੇ ਹੈ, ਇਹਨਾਂ ਤੋਂ ਭੱਜੋ ਨਾ, ਇਹਨਾਂ ਤੇ ਜਵਾਬ ਦਿਓ। ਔਰ ਇਹਦੇ 'ਚ ਕਿਸਾਨੀ ਦਾ ਸਾਰਿਆਂ ਤੋਂ ਅੱਗੇ ਆਉਂਦਾ ਹੈ, ਉਹਦੇ ਬਾਅਦ ਲਾਅ ਐਂਡ ਆਰਡਰ ਦਾ ਆਉਂਦਾ ਹੈ, ਉਹਦੇ ਬਾਅਦ ਨੌਜਵਾਨਾਂ ਦਾ ਆਉਂਦਾ ਹੈ, ਉਹਦੇ ਬਾਅਦ ਹੈਲਥ ਸਿਹਤ ਦਾ ਆਉਂਦਾ ਹੈ, ਸਿੱਖਿਆ ਦਾ ਆਉਂਦਾ, ਸਿੱਖਿਆ ਦਾ। ਤਾਂ ਇਸ ਕਰਕੇ ਸਾਰੇ ਮੁੱਦੇ ਨੇ, ਇਹਨਾਂ ਤੇ ਜਵਾਬ ਦੇ ਨੇ। ਇਹ 20 ਸਾਲ ਦੇ ਰਾਜ ਕਰ ਰਹੇ ਬਾਦਲ ਫੈਮਿਲੀ ਤੇ ਕੈਪਟਨ ਸਾਹਿਬ। ਔਰ 20 ਸਾਲਾਂ 'ਚ ਸਾਡੀ ਪਰ ਕੈਪੀਟਾ ਥੱਲੇ ਨੂੰ ਕਿਉਂ ਜਾ ਰਹੀ ਹੈ? ਇਹ ਜਵਾਬ ਦੇਣ ਇਹਨਾਂ ਗੱਲਾਂ ਤੇ। ਤਾਂ ਕੀ ਸਿਰਫ ਲੋਕਾਂ ਦੇ ਵਿੱਚ ਅਵੇਅਰਨੈਸ ਲੈ ਕੇ ਆਈ ਜਾਊਗੀ ਜਾਂ ਫਿਰ ਤੁਹਾਡੇ ਵੱਲੋਂ ਚੋਣ ਮੈਦਾਨ ਦੇ ਵਿੱਚ ਵੀ ਉਤਰਿਆ ਜਾਊਗਾ? ਤੁਹਾਡੇ ਵੱਲੋਂ ਨੁਮਾਇੰਦੇ ਖੜੇ ਕੀਤੇ ਜਾਣਗੇ, ਤੁਹਾਡੇ ਵੱਲੋਂ ਕਿਸੇ ਨੂੰ ਸਪੋਰਟ ਕੀਤੀ ਜਾਊਗੀ, ਜਾਂ ਸਿਰਫ ਤੁਸੀਂ ਲੋਕਾਂ ਦੇ ਵਿੱਚ ਅਵੇਅਰਨੈਸ ਲੈ ਕੇ ਆਉਣ ਦਾ ਹੀ ਕੰਮ ਕਰੋਗੇ? ਹਲੇ ਸਿਰਫ ਅਵੇਅਰਨੈਸ ਦਾ ਕੰਮ ਹੈ। ਮੰਚ ਪੋਲਿਟਿਕਸ 'ਚ ਨਹੀਂ ਜਾਏਗਾ, ਮੰਚ ਹੀ ਰਹੇਗਾ। ਜੇ ਇਹਦੇ 'ਚ ਕੋਈ ਬੰਦਾ ਜਾਣਾ ਚਾਹਵੇ, ਉਹਦੀ ਮਰਜ਼ੀ ਹੈ, ਬਿਕੋਜ਼ ਲੋਕਤੰਤਰ ਹੈ। ਸੋ ਇਸ ਕਰਕੇ ਪਰ ਉਹ ਮੰਚ ਛੱਡ ਦੇਗਾ ਫਿਰ। ਲੇਕਿਨ ਮੰਚ ਪੋਲੀਟੀਕਲ ਪਾਰਟੀ 'ਚ ਕਨਵਰਟ ਨਹੀਂ ਹੋਊਗਾ, ਮੰਚ ਹੀ ਰਹੂਗਾ। ਕੀ ਤੁਸੀਂ ਅੱਗੇ ਚੋਣਾਂ ਦੇ ਵਿੱਚ ਜਾਣ ਦਾ ਵਿਚਾਰ ਕੀਤਾ ਹੈਗਾ? ਤੁਸੀਂ ਚੋਣ ਮੈਦਾਨ ਦੇ ਵਿੱਚ ਉਤਰਨ ਦੀ ਸੋਚੀ ਹੈਗੀ ਹੈ? ਹਲੇ ਕੋਈ ਵਿਚਾਰ ਨਹੀਂ, ਹਲੇ ਸਿਰਫ ਇਹਨੂੰ ਚਲਾਉਣ ਦਾ ਹੈ। ਹੁਣ ਭਵਿੱਖ 'ਚ ਉਹ ਤਾਂ ਸਪੈਕੂਲੇਸ਼ਨ ਹੋਏਗੀ, ਕੁਝ ਨਹੀਂ ਪਤਾ। ਕੋਈ ਐਸੀ ਪਾਰਟੀ ਖੜੀ ਹੋ ਜਾਏ ਜਿਹੜੀ ਇਹਨਾਂ ਤੋਂ ਵੱਖ ਹੋਵੇ, ਜਿਹੜਾ ਇਹ ਲੱਗੇ ਕਿ ਉਹ ਪੰਜਾਬ ਦਾ ਕੋਈ ਫਾਇਦਾ ਕਰ ਸਕਦੇ ਹੈ, ਤਾਂ ਉਹਦੇ ਬਾਰੇ ਕੀ ਸੋਚਾਂਗੇ ਇਸ ਵੇਲੇ ਨਹੀਂ ਦੱਸ ਸਕਦੇ। ਲੇਕਿਨ ਇਸ ਵੇਲੇ ਕੋਈ ਵਿਚਾਰ ਨਹੀਂ। ਤੁਹਾਨੂੰ ਨਜ਼ਰ ਕੀ ਆਉਂਦਾ ਸਥਿਤੀ 2022 ਦੇ ਵਿੱਚ? ਤੁਹਾਨੂੰ ਕੀ ਨਜ਼ਰ ਆ ਰਹੀ ਔਰ ਮੌਜੂਦਾ ਹਾਲਾਤ ਪੰਜਾਬ ਦੇ ਕਿਹੋ ਜਿਹੇ ਨਜ਼ਰ ਆਉਂਦੇ, ਜਿੱਥੇ ਹਰ ਇੱਕ ਪਾਰਟੀ ਜਿਹੜੀ ਹੈਗੀ ਹੈ ਵੱਡੇ ਦਾਅਵੇ ਕਰਦੀ ਹੈ? ਸੁਖਬੀਰ ਸਿੰਘ ਬਾਦਲ ਨੇ 13 ਪੁਆਇੰਟ ਦਾ ਏਜੰਡਾ ਦੇ ਦਿੱਤਾ ਹੈਗਾ। ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਅਸੀਂ ਬਿਜਲੀ ਮੁਫਤ ਕਰਾਂਗੇ। ਕਾਂਗਰਸ ਕਹਿੰਦੀ ਹੈ ਕਿ ਨਵਜੋਤ ਸਿੰਘ ਸਿੱਧੂ ਕਹਿੰਦੇ ਅਸੀਂ 3 ਰੁਪਏ ਯੂਨਿਟ ਜਿਹੜੀ ਹੈਗੀ ਬਿਜਲੀ ਦੇਵਾਂਗੇ। ਕੀ ਮੁਫਤਖੋਰੀ ਵਾਲੀ ਸਿਆਸਤ ਹੀ ਨਜ਼ਰ ਆ ਰਹੀ ਹੈ ਜਾਂ ਫਿਰ ਲੋਕਾਂ ਦੇ ਏਜੰਡੇ, ਲੋਕਾਂ ਦੇ ਮੁੱਦੇ ਵੀ ਇਹਨਾਂ ਨੂੰ ਸਮਝ ਆਉਂਦੇ ਨੇ? ਤੁਸੀਂ ਦੱਸੋ। ਉਹ ਸਿਰਫ ਆਹੀ ਜਿਹੜੀਆਂ ਚੀਜ਼ਾਂ ਮੁਫਤ ਦੇਣਗੇ ਉਹਦੀ ਗੱਲ ਕਰਦੇ ਹੈ। ਇੰਨਾ ਕਰਜ਼ਾ ਮਾਫ ਕਰ ਦਾਂਗੇ, ਇੰਨੀ ਬਿਜਲੀ ਦੇ ਦਾਂਗੇ, ਆਹ ਕਰ ਦਾਂਗੇ। ਇਹ ਨਹੀਂ ਦੱਸਦੇ ਪੈਸੇ ਕਿੱਥੋਂ ਆਉਣਗੇ। ਸੋ ਹਰੇਕ ਸਰਕਾਰ ਉਦੋਂ ਇਹ ਨਹੀਂ ਸੋਚਦੀ, ਜਿਹੜੀ ਸਰਕਾਰ ਬੈਠੀ ਹੁੰਦੀ ਹੈ, ਕਿ ਇਹਦੇ ਜਦ ਬਿੱਲ ਆਊਗਾ ਉਹ ਪੈਸੇ ਕਿੱਥੋਂ ਦੇਵਾਂਗੇ। ਕਈ ਵਾਰ ਇਹ ਹੁੰਦਾ ਬਾਦਲ ਸਾਹਿਬ ਜਿਹੜਾ ਦੇ ਗਏ ਉਹਦਾ ਬਿੱਲ ਚੱਕਿਆ ਕੈਪਟਨ ਸਾਹਿਬ ਨੇ, ਹੁਣ ਕੈਪਟਨ ਸਾਹਿਬ ਦੇਈ ਜਾਣਗੇ, ਉਹਦਾ ਬਿੱਲ ਚੱਕੂਗਾ ਕੋਈ ਹੋਰ। ਸੋ ਉਹ ਭਵਿੱਖ ਦਾ ਨਹੀਂ ਸੋਚਦੇ, ਉਹ ਸੋਚਦੇ ਆ ਇਲੈਕਟ ਕਿਵੇਂ ਹੋ ਸਕਦੇ ਆ। ਕੋਈ ਵਾਅਦਾ ਕਰ ਲਓ, ਨਹੀਂ ਜੀ ਅਸੀਂ ਆ ਟੈਲੀਫੋਨ ਵੀ ਦੇਵਾਂਗੇ ਬੱਚਿਆਂ ਨੂੰ, ਕੰਪਿਊਟਰ ਦੇਵਾਂਗੇ। ਉਹ ਬੱਚਿਆਂ ਨੂੰ ਯਾਰ ਦੇ ਦਿਓ ਸਾਰਾ ਕੁਝ, ਨੌਕਰੀ ਤਾਂ ਦਿਖਾਓ ਕਿੱਥੇ ਹੋਊਗੀ, ਪੜ੍ਹਾਈ ਕਿੱਥੇ ਹੋਊਗੀ, ਸਿੱਖਿਆ ਕਿੱਥੇ ਲੈਣੋ, ਤਾਂ ਕਿ ਨੌਕਰੀਆਂ ਦਾ ਪੜ੍ਹਾਈ ਦੇ ਨਾਲ ਕਨੈਕਸ਼ਨ ਹੋ ਜਾਏ। ਉਹ ਪੜ੍ਹਾਈ ਕਰਾਈਏ ਜਿਹਦੇ ਨਾਲ ਕੰਪਨੀਆਂ ਆਉਣ ਇੱਥੇ। ਕੰਪਨੀਆਂ ਕਹਿੰਦੀਆਂ ਇੱਥੇ ਬੰਦੇ ਹੀ ਨਹੀਂ ਜਿਨ੍ਹਾਂ ਨੂੰ ਅਸੀਂ ਤਾਂ ਕਹਿੰਦੇ ਅਸੀਂ 10 ਲੱਖ ਲੋਨ ਦੇ ਦਾਂਗੇ, ਬੱਚੇ ਜਾ ਕੇ ਬਾਹਰ ਆਇਲਸ ਕਰਨ ਤੇ ਬਾਹਰ ਚਲੇ ਜਾਣ। ਇੱਥੇ ਪੰਜਾਬ ਦੇ ਵਿੱਚ ਤਾਂ ਫਿਰ ਮੈਨੂੰ ਲੱਗਦਾ ਬ੍ਰੇਨ ਡੇ ਨਹੀਂ ਸਾਰਾ ਹੋ ਜਾਏਗਾ। ਨਹੀਂ ਜੀ, ਬਾਹਰ ਕਿੱਥੇ ਜਾਣਗੇ 10 ਲੱਖ 'ਚ? ਉੱਥੇ ਉਹਨਾਂ ਦੇਸ਼ਾਂ 'ਚ ਵੀ
ਹੁਣ ਕਿਉਂਕਿ ਉੱਥੇ ਦੀ ਇਕਨੋਮੀ ਇੰਨੀ ਜ਼ਿਆਦਾ ਠੀਕ ਨਹੀਂ ਸੀ। ਅਮਰੀਕਾ ਦੇ ਵਿੱਚ ਕੀ ਹੋਇਆ, ਟਰੰਪ ਤਾਂ ਹੀ ਰਾਈ ਉੱਤੇ ਆਇਆ ਨਾ ਬਣ ਕੇ, ਉਹਨੇ ਗੋਰਿਆਂ ਨੂੰ ਭੜਕਾਇਆ ਸੀ। ਜੇ ਗੋਰਿਆਂ ਨੂੰ ਉਹ ਭੜਕਾਏਗਾ ਤੇ ਹਿੰਦੁਸਤਾਨੀ ਉਹਦੇ ਚੋਂ, ਜੇ ਉਹ ਅਸੀਂ ਕਹਿੰਦੇ ਜੀ ਏਸ਼ੀਅਨ ਦੇ ਖਿਲਾਫ ਹੈ, ਉੱਥੇ ਉਹ ਚੀਨੀਆਂ ਨੂੰ ਕੁੱਟਣ ਲੱਗ ਗਏ ਅਮਰੀਕਾ 'ਚ, ਤੇ ਫਿਰ ਸਾਨੂੰ ਕਿਸ ਲਈ ਹਾਰ ਪਾ ਕੇ ਉੱਥੇ ਬੁਲਾਉਣਗੇ। ਤਾਂ ਇਹ ਸੋਚਣਾ ਕਿ ਸਾਰੇ ਟਾਈਮ ਲਈ ਬਾਹਰਲੇ ਦੇਸ਼ ਖੁੱਲ੍ਹੇ ਰਹਿਣਗੇ, ਇਹ ਬੇਵਕੂਫੀ ਹੋਊਗੀ। ਇਹ ਕੋਈ ਪੰਜਾਬ ਦਾ ਇਲਾਜ ਨਹੀਂ ਹੈ ਕਿ ਇੱਥੋਂ ਦੇ ਨੌਜਵਾਨਾਂ ਨੂੰ ਉੱਥੇ ਭੇਜ ਦਿਓ, ਕਿਉਂਕਿ ਉੱਥੇ ਕੋਈ ਰਸਤੇ ਖੁੱਲ੍ਹੇ ਨਹੀਂ ਹੈ ਇਸ ਵੇਲੇ ਸਾਰੇ ਦੇਸ਼ਾਂ 'ਚ। ਕਿਉਂਕਿ ਜਿਵੇਂ ਜਿਵੇਂ ਉਹਨਾਂ ਦੀ ਮਿਡਲ ਕਲਾਸ, ਉਹਨਾਂ ਦੀ ਇਕਨੋਮਿਕ ਕੰਡੀਸ਼ਨ ਠੀਕ ਨਹੀਂ ਹੋਊਗੀ, ਉਹ ਬਾਹਰੋਂ ਆਉਂਦੇ ਬੰਦੇ ਦੇ ਅਗੇਂਸਟ ਉਹ ਵੀ ਭੜਕਾਊ ਪ੍ਰਚਾਰ ਕਰਨਗੇ। ਸਰ ਚੈਲੰਜਸ ਬਹੁਤ ਸਾਰੇ ਹੋਣਗੇ, ਕਿਉਂਕਿ ਮੌਜੂਦਾ ਹਾਲਾਤਾਂ ਦੀ ਅਸੀਂ ਗੱਲ ਕਰੀਏ ਤਾਂ ਪਿੰਡਾਂ ਦੇ ਵਿੱਚ ਜਦੋਂ ਅਸੀਂ ਜਾ ਕੇ ਵੇਖਦੇ ਹਾਂ, ਭਾਵੇਂ ਕਿਸਾਨੀ ਮੋਰਚਾ ਲੱਗਿਆ ਹੋਇਆ, ਇੱਥੇ ਕਿਸਾਨ ਇਕਜੁੱਟ ਹੈਗੇ ਨੇ, ਪਿੰਡਾਂ ਦੇ ਵਿੱਚ ਜਾ ਕੇ ਉਸੇ ਧੜਿਆਂ ਦੇ ਵਿੱਚ ਵੰਡ ਜਾਂਦੇ ਨੇ, ਫਿਰ ਕੋਈ ਅਕਾਲੀ ਹੋ ਜਾਂਦਾ, ਕੋਈ ਕਾਂਗਰਸੀ ਹੋ ਜਾਂਦਾ, ਕੋਈ ਆਪ ਹੋ ਜਾਂਦਾ। ਕਿਵੇਂ ਇਹਨਾਂ ਦੇ ਵਿੱਚ ਅਵੇਅਰਨੈਸ ਲੈ ਕੇ ਆਓਗੇ? ਰੋਡ ਮੈਪ ਕੀ ਰਹੂਗਾ? ਇਹਨਾਂ ਨੂੰ ਜਾਗਰੂਕਤਾ ਕਿਵੇਂ ਤੁਸੀਂ ਪੈਦਾ ਕਰੋਗੇ? ਲੱਗਦਾ ਹੈ ਇਹਨਾਂ ਦੇ ਵਿੱਚ ਜਾਗਰੂਕਤਾ ਆ ਜਾਊਗੀ, ਕਿਉਂਕਿ ਅਸੀਂ ਦੇਖਿਆ ਜਦੋਂ ਚੋਣਾਂ ਨਜ਼ਦੀਕ ਆਉਂਦੀਆਂ ਨੇ, ਕੁਝ ਪੈਸਿਆਂ ਕਰਕੇ ਆਪਣੀ ਵੋਟ ਵੇਚ ਦਿੰਦੇ ਨੇ, ਦਾਰੂ ਦੀ ਪੇਟੀਆਂ ਕਰਕੇ ਆਪਣੀਆਂ ਵੋਟਾਂ ਦਾ ਜਿਹੜਾ ਹੈਗਾ ਇਸਤੇਮਾਲ ਕਰ ਦਿੰਦੇ ਨੇ। ਇਹ ਸਮਝਣ ਦੇ ਵਿੱਚ ਇਹਨਾਂ ਦੇ ਲੱਗਦਾ ਕਿ ਕਾਬਲੀਅਤ ਹੋਵੇਗੀ? ਦੇਖੋ, ਮੈਂ ਸਮਝਦਾ ਆਮ ਬੰਦਾ ਵੀ ਪਿੰਡ ਦਾ ਬਹੁਤ ਸਿਆਣਾ ਹੈ। ਉਹਨੂੰ ਜੇ ਠੀਕ ਤਰ੍ਹਾਂ ਨਾਲ ਉਹਦੇ ਤਰੀਕੇ ਨਾਲ ਗੱਲ ਸਮਝਾਓ, ਉਹ ਫੈਸਲਾ ਆਪਣਾ ਸੋਚ ਸਮਝ ਕੇ ਲਏਗਾ। ਸਾਡੀ ਕੋਸ਼ਿਸ਼ ਇਹ ਹੈ ਕਿ ਉਹਨੂੰ ਹਥਿਆਰ ਦੇਈਏ। ਅਸੀਂ ਹਥਿਆਰ ਇਹ ਨਹੀਂ ਕਿ ਪਿਸਤੌਲ ਤੇ ਬੰਦੂਕ, ਸਵਾਲ, ਉਹ ਇਹ ਸਵਾਲਾਂ ਦੇ ਨਾਲ ਜੁੜੇ ਹੋਏ ਜਵਾਬ, ਉਹ ਜਵਾਬਾਂ ਨਾਲ ਜੁੜੇ ਹੋਏ ਪਲਾਨ, ਉਹਨਾਂ ਨੂੰ ਪੁੱਛਣ ਤੁਸੀਂ ਆ ਕਰੋਗੇ ਕਿ ਨਹੀਂ, ਬਿਜਲੀ ਤਾਂ ਮੇਰੀ ਮਾਫ ਕਰ ਦੋਗੇ, ਪਰ ਉਹਦੇ ਨਾਲ ਮੈਨੂੰ ਕੀ ਫਰਕ ਪਊਗਾ? ਮੇਰੇ ਮੁੰਡੇ ਨੂੰ ਨੌਕਰੀ ਮਿਲੂਗੀ? ਸਾਡੇ ਇੱਥੋਂ ਦਾ ਮਾਹੌਲ ਕਿਵੇਂ ਬਦਲੇਗਾ? ਮੇਰੀ ਆਮਦਨ ਵਧੂਗੀ? ਇਹ ਵਾਅਦੇ ਤਾਂ ਉਹ ਕਰਦੇ ਨੇ, ਸਿਆਸਤਦਾਨ ਆ ਕੇ ਕਰਦੇ ਨੇ, ਸਵਾਲ ਜਵਾਬ ਵੀ ਹੁੰਦੇ ਨੇ। ਕਿਸਾਨਾਂ ਨੇ ਹੁਣ ਤਾਂ ਬਕਾਇਦਾ 32 ਮੈਂਬਰਾਂ ਦੀਆਂ ਕਮੇਟੀਆਂ ਬਣਾ ਦਿੱਤੀਆਂ ਕਿ ਪਿੰਡਾਂ ਦੇ ਵਿੱਚ ਜੇਕਰ ਜਾਣਗੇ ਤਾਂ ਉਹ ਕਿਹੜੀ ਵੀ ਪਾਰਟੀ ਦੇ ਸਿਆਸਤਦਾਨ ਹੋਣ, ਉਹਨਾਂ ਨੂੰ ਸਵਾਲ ਪੁੱਛੇ ਜਾਣਗੇ। ਹਾਲਾਂਕਿ ਤੁਹਾਡਾ ਕੰਮ ਵੀ ਇਹ ਹੋਊਗਾ, ਤੁਸੀਂ ਵੀ ਜਾਗਰੂਕਤਾ, ਤੁਸੀਂ ਹੋਰ ਸਵਾਲ ਦੋਗੇ, ਪਰ ਸਿਆਸਤਦਾਨ ਵਾਅਦੇ ਕਰਕੇ ਚਲੇ ਜਾਂਦੇ ਨੇ। ਫਿਰ ਆਫਟਰ ਦੈਟ ਕੀ, ਕਿਹੜੇ ਸਿਆਸਤਦਾਨ ਨੂੰ ਕਦੋਂ ਕੀ ਫਿਰ ਮਿਲਦਾ ਹੈ, ਉਹ ਤੁਹਾਡੇ ਸਾਹਮਣੇ ਹੈ। ਫਿਰ ਤਾਂ ਸਿਆਸਤਦਾਨ ਮਿਲਦਾ ਹੀ ਬੰਦ ਹੋ ਜਾਂਦਾ। ਇਹ ਤਾਂ ਤੁਸੀਂ ਵੀ ਜਾਗਰਤ ਕਰਨਾ ਨਾ। ਹੁਣ ਇਹਦਾ ਤਾਂ ਕੋਈ ਜਵਾਬ ਹੈ ਨਹੀਂ। ਜੇ ਅਸੀਂ ਇਹ ਸੋਚ ਲਈਏ ਕਿ ਲੋਕਾਂ ਦਾ ਬੇਵਕੂਫ ਬਣੀ ਜਾਏਗਾ, ਉਹ ਬਣਵਾਈ ਜਾਣਗੇ, ਇਹ ਤਾਂ ਅੰਗਰੇਜ਼ੀ ਦਾ ਲਫ਼ਜ਼ ਹੈ, ਸਿਨਿਸਿਜ਼ਮ ਹੈ। ਫਿਰ ਤਾਂ ਅਸੀਂ ਘਰ ਬੈਠ ਜਾਈਏ, ਆਪਣੇ ਕੁਛ ਕਰਨ ਦੀ ਲੋੜ ਨਹੀਂ ਕਿ ਛੱਤ ਵੀ ਗਿਰ ਸਕਦੀ ਹੈ, ਐਕਸੀਡੈਂਟ ਹੋ ਜਾਊਗਾ, ਹੋ ਤਾਂ ਕੁਛ ਵੀ ਸਕਦਾ ਹੈ। ਜੇ ਤੁਸੀਂ ਕ੍ਰਾਂਤੀ ਲਿਆਉਣੀ ਹੈ, ਫਿਰ ਤਾਂ ਇਹ ਸੋਚ ਕੇ ਚੱਲਣਾ ਪਏਗਾ ਕਿ ਤਬਦੀਲੀ ਹੋ ਸਕਦੀ ਹੈ, ਲੋਕ ਬਦਲ ਸਕਦੇ ਹੈ, ਜੇ ਉਹਨਾਂ ਦੇ ਨਾਲ ਜੁੜੀਏ। ਲੱਗ ਜਾਏਗਾ ਪਤਾ ਇਹ ਹੋ ਸਕਦਾ ਕਿ ਨਹੀਂ। ਵੱਖ-ਵੱਖ ਸਰਕਾਰਾਂ ਬਾਰੇ ਜਾਂ ਸਿਆਸੀ ਪਾਰਟੀਆਂ ਬਾਰੇ ਤੁਹਾਡੇ ਕੀ ਪ੍ਰਤੀਕਰਮ? ਤੁਸੀਂ ਤਾਂ ਬੜੀ ਨੇੜਤਾ ਦੇ ਨਾਲ ਉਹਨਾਂ ਦੇ ਨਾਲ ਕੰਮ ਵੀ ਕੀਤਾ ਹੋਇਆ, ਜਾਣਦੇ ਵੀ ਹੈਗੇ ਆ ਤੁਸੀਂ। ਪੰਜਾਬ ਨੂੰ ਖੇਤਰੀ ਪਾਰਟੀ ਚਾਹੀਦੀ ਹੈ, ਜਿਹੜੀ ਇੱਕ ਫੈਮਿਲੀ ਦੇ ਥੱਲੇ ਨਾ ਹੋਵੇ। ਅਕਾਲੀ ਦਲ ਹੁਣ ਉਹ ਅਕਾਲੀ ਦਲ ਨਹੀਂ ਹੈ, ਉਹ ਬਾਦਲ ਦਲ ਹੈ। ਦੂਜੀਆਂ ਦੋ ਪਾਰਟੀਆਂ ਦਾ ਰਿਮੋਟ ਕੰਟਰੋਲ ਦਿੱਲੀ 'ਚ ਹੈ, ਸੋ ਉਹ ਖੇਤਰੀ ਪਾਰਟੀਆਂ ਨਹੀਂ ਹੈ। ਅੱਜ ਜੇ ਸਿੱਧੂ ਸਾਹਿਬ ਗਏ ਹੈ, ਉਹ ਮੱਥਾ ਟੇਕਣ ਅਨੰਦਪੁਰ ਸਾਹਿਬ ਨਹੀਂ ਗਏ, ਉਹ ਗਏ ਨੇ ਮੱਥਾ ਟੇਕਣ ਪਹਿਲਾਂ ਦੇਹਰਾਦੂਨ, ਫਿਰ ਸ਼ਾਇਦ ਜਾਣਗੇ ਦਿੱਲੀ। ਸੋ ਇਹ ਪਾਰਟੀ ਦਾ ਕੰਟਰੋਲ ਖੁਦ ਮੁਖਤਿਆਰੀ ਨਹੀਂ ਹੈ ਉਹਨਾਂ ਦੀ। ਜੇ ਆਪਸ 'ਚ ਪਾਰਟੀ 'ਚ ਵੀ ਲੜਾਈ ਹੁੰਦੀ ਭੱਜਦੇ ਬਾਹਰ। ਸੋ ਇਸ ਕਰਕੇ, ਔਰ ਦੂਜੀ ਜਿਹੜੀ ਪਾਰਟੀ ਉਹ ਵੇਟ ਕਰ ਰਹੀ ਹੈ ਜੀ, ਉਹ ਆਊਗਾ ਜੀ ਚਿਹਰਾ ਚੀਫ ਮਿਨਿਸਟਰ ਦਾ, ਕਿੱਥੋਂ ਆਊਗਾ? ਉਹ ਉੱਥੇ ਪਰਚੀਆਂ ਕੱਢਣ ਲੱਗੇ ਹੋਏ ਡੱਬੇ 'ਚੋਂ ਹਲੇ ਦਿੱਲੀ, ਉਹ ਪਰਚੀਆਂ ਦਿੱਲੀ ਕੱਢੀਆਂ ਜਾ ਰਹੀਆਂ, ਇੱਥੇ ਨਹੀਂ। ਸੋ ਇਸ ਕਰਕੇ ਖੇਤਰੀ ਪਾਰਟੀ ਜਿਹਨੂੰ ਇਸ ਖੇਤਰ ਦਾ ਲੀਡਰ ਕੰਟਰੋਲ ਕਰੇ। ਔਰ ਸਾਰੀ ਦੁਨੀਆ 'ਚ ਹੋਏ, ਦੇਖੋ ਮਮਤਾ ਹੈ, ਉਹ ਉੱਥੋਂ ਦੀ ਹੈ ਬਿਲਕੁਲ। ਸਾਰਾ ਤੁਸੀਂ ਵੈਸਟ ਬੰਗਾਲ, ਉਹ ਬੇ ਆਫ ਬੰਗਾਲ ਦੇ ਨਾਲ ਲਾ ਲਓ, ਤੇਲੰਗਾਨਾ, ਆਂਧਰਾ, ਥੱਲੇ ਤੁਸੀਂ ਤਾਮਿਲਨਾਡੂ ਚਲੇ ਗਏ, ਇੱਕ ਸਿਰਫ ਕਰਨਾਟਕ ਛੱਡ ਦਿਓ, ਉਹਦੇ ਬਾਅਦ ਇੱਧਰਲੇ ਪਾਸੇ ਮਹਾਰਾਸ਼ਟਰ, ਸਭ ਖੇਤਰੀ ਪਾਰਟੀ ਦੇ ਬੰਦੇ ਹੈ। ਸਾਡਾ ਖੇਤਰੀ ਲੀਡਰ ਕਿੱਥੇ ਹੈ? ਉਹ ਫਿਰ ਦਿੱਲੀ ਹੋ ਕੇ ਸਵਾਲ ਪੁੱਛ ਸਕਦਾ ਪ੍ਰਧਾਨ ਮੰਤਰੀ ਤੋਂ। ਅਜਿਹੀ ਖੇਤਰੀ ਪਾਰਟੀ ਪੰਜਾਬ ਦੇ ਵਿੱਚ ਕਿਹੜੀ ਨਜ਼ਰ ਆਉਂਦੀ ਹੈ? ਕਿਉਂਕਿ ਇਹ ਤਾਂ ਹੈ ਨਹੀਂ, ਇਹ ਤਾਂ ਹੈ ਨਹੀਂ। ਇਹਦੇ 'ਚ ਇਹ ਜਾਗਰਤ ਕਰਨਾ ਲੋਕਾਂ ਨੂੰ, ਦੇਖਦੇ ਆ ਜੇ ਕੋਈ ਸ਼ਕਤੀਆਂ ਉੱਠਦੀਆਂ, ਹੁਣ ਨਹੀਂ ਉੱਠਣਗੀਆਂ, ਉਦੋਂ ਅਗਲੀ ਇਲੈਕਸ਼ਨ 'ਚ ਉੱਠ ਜਾਣਗੀਆਂ। ਰਲੇ ਮਿਲੇ ਲੋਕਾਂ ਨੂੰ ਲੈ ਕੇ ਜਿਹੜਾ ਹੈਗਾ, ਤੁਸੀਂ ਚਾਹੁੰਦੇ ਹੋ ਕਿ ਇਸ ਵੇਲੇ ਸਰਕਾਰ ਬਣੇ ਔਰ ਬਦਲਾਅ ਜਿਹੜਾ ਹੈਗਾ ਉਹ ਲੈ ਕੇ ਆਵੇ? ਮੈਨੂੰ ਕੁਝ ਨਹੀਂ ਪਤਾ ਕੀ ਬਣਨਾ ਨਹੀਂ ਬਣਨਾ, ਮੈਂ ਤਾਂ ਜੋ ਹੋਣਾ ਚਾਹੀਦਾ ਉਹ ਤੁਹਾਨੂੰ ਦੱਸ ਰਿਹਾ। ਹੋ ਸਕਦਾ ਕਿ ਨਹੀਂ ਹੋ ਸਕਦਾ, ਭਵਿੱਖ ਦੱਸੇਗਾ। ਤਾਂ ਕੀ ਕੁਝ ਹੋਵੇਗਾ ਆਉਣ ਵਾਲੀ ਸਿਆਸਤ ਦੇ ਵਿੱਚ, ਉਹਦੇ ਬਾਰੇ ਤਾਂ ਕਹਿੰਦੇ ਭਵਿੱਖ ਦੇ ਵਿੱਚ ਹੀ ਪਤਾ ਚੱਲੇਗਾ। ਪਰ ਸਾਂਝਾ ਸੁਨੇਹਾ ਮੰਚ ਜਿਹੜਾ ਹੈ ਇਹਨਾਂ ਦੇ ਵੱਲੋਂ ਸ਼ੁਰੂ ਕੀਤਾ ਗਿਆ, ਦੇਖਣਾ ਹੋਊਗਾ ਕਿ ਕੀ ਕੁਝ ਸੁਨੇਹਾ ਜਿਹੜਾ ਹੈ ਇਹਨਾਂ ਦੇ ਵੱਲੋਂ ਲੋਕਾਂ ਦੇ ਵਿੱਚ ਲੈ ਕੇ ਜਾਇਆ ਜਾਊਗਾ ਔਰ ਕਿਵੇਂ ਪੰਜਾਬ ਨੂੰ ਬਦਲਿਆ ਜਾਵੇਗਾ। ਕੈਮਰਾਮੈਨ ਬਲਜਿੰਦਰ ਦੇ ਨਾਲ ਗਗਨਦੀਪ ਸਿੰਘ, ਟੀਵੀ ਪੰਜਾਬ, ਚੰਡੀਗੜ੍ਹ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।